ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਜਿਸ ਵਿਸ਼ੇ 'ਤੇ ਗੱਲ ਕਰਨ ਜਾ ਰਹੇ ਹਾਂ, ਉਸ ਵਿਸ਼ੇ ਨੂੰ ਸਮਝਦਾਰ ਲੋਕ, ਐਜੂਕੇਟਡ ਲੋਕ ਨੇ ਜਿਹੜੇ, ਉਹਨਾਂ ਨੂੰ ਤਾਂ ਜ਼ਰੂਰ ਸਮਝ ਆਏਗਾ, ਅਤੇ ਜਿਹੜੇ ਪੁੱਥੀਆਂ ਪੜ੍ਹਦੇ ਹੋਣਗੇ ਜਾਂ ਜਿਨ੍ਹਾਂ ਦਾ ਸਿਰਫ ਢੇਰੀ ਵੱਲ ਧਿਆਨ ਹੋਏਗਾ, ਸ਼ਾਇਦ ਉਹਨਾਂ ਨੂੰ ਇਹ ਗੱਲ ਸਮਝ ਵੀ ਨਾ ਆਵੇ, ਤਾਂ ਹੋ ਸਕਦਾ ਉਹ ਵਿਰੋਧ ਵੀ ਕਰਨ। ਪਰ ਚੰਗੀ ਗੱਲ ਹੈ, ਵਿਰੋਧ ਦੇ ਵਿੱਚੋਂ ਵੀ ਕਈ ਵਾਰ ਚੰਗੀਆਂ ਚੀਜ਼ਾਂ ਅਤੇ ਚੰਗੀਆਂ ਗੱਲਾਂ ਨਿਕਲ ਕੇ ਆਉਂਦੀਆਂ ਨੇ। ਮੇਰੇ ਨਾਲ ਨੇ ਸਰਦਾਰ ਨਵਜੋਤ ਸਿੰਘ ਜੀ, ਇਹਨਾਂ ਨੂੰ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਸ਼ਾ ਹੈ ਕਿ ਜਿਸ ਭਾਰਤ ਵਿੱਚ ਰਹਿ ਰਹੇ ਹਾਂ, ਉਸ ਭਾਰਤ ਦੇ ਵਿੱਚ ਇੱਕ ਬਹੁਤ ਅਮੀਰ ਹੈ, ਇੱਕ ਬਹੁਤ ਗਰੀਬ ਹੈ। ਇੱਕ ਨੂੰ ਇਹ ਨਹੀਂ ਪਤਾ ਕਿ ਮੈਂ ਖਾਣਾ ਕੀ ਹੈ, ਤੇ ਇੱਕ ਵਿਚਾਰੇ ਨੂੰ ਇਹ ਨਹੀਂ ਪਤਾ ਮੈਂ ਕੀ ਖਾਣਾ ਹੈ। ਦੋਵਾਂ 'ਚ ਫਰਕ ਹੈ। ਇੱਕ ਕੋਸ ਮੀਲ ਚੱਲਦਾ ਆ, ਕਿੰਨੇ ਕਿਲੋਮੀਟਰ ਚੱਲਦਾ ਆ ਅਨਾਜ ਲੱਭਣ ਦੇ ਲਈ, ਆਪਣੀ ਭੁੱਖ ਮਿਟਾਉਣ ਦੇ ਲਈ, ਤੇ ਇੱਕ ਚੱਲਦਾ ਆ ਖਾਧਾ ਹੋਇਆ ਪਚਾਉਣ ਦੇ ਲਈ। ਦੋਵਾਂ 'ਚ ਫਰਕ ਹੈ। ਸੋ ਮੁੱਦੇ ਦੀ ਗੱਲ ਇਹ ਹੈ ਕਿ ਇਸ ਸਿਸਟਮ ਨੂੰ ਕਿਵੇਂ ਬ੍ਰੇਕ ਕੀਤਾ ਜਾ ਸਕੇ, ਜਿਹੜਾ ਇੱਕ ਅਮੀਰੀ ਤੇ ਗਰੀਬੀ ਵਾਲਾ ਜਿਹੜਾ ਪਾੜਾ ਆ ਉਹ ਖਤਮ ਹੋ ਜਾਏ। ਜਾਤ ਪਾਤ ਇੱਕ ਵੱਖਰਾ ਵਿਸ਼ਾ ਹੈ, ਪਰ ਉਸ ਦੇ ਨਾਲ ਨਾਲ ਕਿਤੇ ਨਾ ਕਿਤੇ ਅਮੀਰ ਤੇ ਗਰੀਬ ਵੀ ਦਿਨੋਂ ਦਿਨ ਸਫ਼ਰ ਕਰ ਰਿਹਾ। ਅਮੀਰ ਦਿਨੋਂ ਦਿਨ ਅਮੀਰ ਹੋ ਰਿਹਾ ਤੇ ਗਰੀਬ ਦਿਨੋਂ ਦਿਨ ਗਰੀਬ ਹੋ ਰਿਹਾ। ਇਸ ਵਿਸ਼ੇ 'ਤੇ ਗੱਲਬਾਤ ਕਰਨ ਦੇ ਲਈ ਮੈਂ ਨਵਜੋਤ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਇਹ ਕੀ ਸੋਚਦੇ ਨੇ ਜਾਂ ਕੀ ਇਹਨਾਂ ਦਾ ਖਿਆਲ ਹੈ ਕਿ ਇਸ ਸਿਸਟਮ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਹੈ। ਨਹੀਂ, ਇਹ ਤਾਂ ਰਲ ਮਿਲ ਕੇ ਚਰਚਾ ਹੀ ਹੈ, ਇੱਕ ਸੰਵਾਦ ਹੀ ਹੈ, ਇੱਕ ਡਿਬੇਟ ਜਿਹਨੂੰ ਆਪਾਂ ਕਹਿ ਸਕਦੇ ਹਾਂ, ਵਿਚਾਰ ਇੱਕ ਕਹਿ ਸਕਦੇ ਹਾਂ ਆਪਾਂ। ਰਲ ਮਿਲ ਕੇ ਕੁਝ ਤੁਹਾਡੇ ਸੁਝਾਅ ਨੇ, ਕੁਝ ਸਾਡੇ ਵੱਲੋਂ ਇੱਕ ਜੋ ਛੋਟਾ ਜਿਹਾ ਅਸੀਂ ਕੋਸ਼ਿਸ਼ ਕੀਤੀ ਹੈ ਉਹਨੂੰ ਪੂਰਾ ਕਰਨ ਦੀ। ਜਿਵੇਂ ਕਿ ਅਸੀਂ ਵੈਸੇ ਹੀ ਬੈਠੇ ਸੀ ਤੇ ਮੇਰੇ ਦਿਮਾਗ 'ਚ ਵੈਸੇ ਗੱਲ ਆਈ ਵੀ ਇੱਥੇ ਕਿੰਨੀ ਤਰ੍ਹਾਂ ਦੇ ਧਰਮ ਨੇ, ਕਿੰਨੇ ਤਰ੍ਹਾਂ ਦੇ ਮਜ਼ਹਬ ਨੇ, ਤੇ ਕਿੰਨੀਆਂ ਜਾਤਾਂ ਨੇ, ਕਿੰਨਾ ਹੀ ਸਾਰਾ ਕੁਛ ਰੰਗ ਬਿਰੰਗਾ, ਤੇ ਹਰ ਇੱਕ ਬੰਦਾ ਆਪਣੇ ਵਜੂਦ ਨੂੰ ਜਾਂ ਆਪਣੇ ਆਪ ਨੂੰ ਬਚਾਉਣ ਵਾਸਤੇ ਕੁਛ ਨਾ ਕੁਛ ਕਰ ਰਿਹਾ, ਫਾਈਟ ਕਰ ਰਿਹਾ। ਔਰ ਸਾਨੂੰ ਸਾਰੇ ਹੀ ਜਿਹੜੇ ਦੇਸ਼ ਨੂੰ, ਇਹ ਸਾਰੇ ਲੋਕਾਂ ਨੂੰ ਚਲਾਉਣ ਵਾਲਾ ਜਿਹੜਾ ਸਿਸਟਮ ਆ ਉਹ ਭਾਰਤ ਦਾ ਸੰਵਿਧਾਨ ਹੈ, ਕਨਸਟੀਟਿਊਸ਼ਨ ਆ। ਤੇ ਕਨਸਟੀਟਿਊਸ਼ਨ ਦੇ ਮੁਤਾਬਕ ਹੀ ਸਾਰਾ ਦੇਸ਼ ਜਿਹੜਾ ਉਹ ਚੱਲ ਰਿਹਾ। ਚਾਹੇ ਕੋਈ ਪੋਲੀਟੀਕਲ ਨੇਤਾ, ਚਾਹੇ ਕੋਈ IPS ਆ, ਚਾਹੇ ਕੋਈ IAS ਆ, ਚਾਹੇ ਕੋਈ ਪੁਲਿਸ ਦਾ ਸਿਸਟਮ ਆ, ਉਹ ਸਾਰਾ ਹੀ ਸਿਸਟਮ ਜਿਹੜਾ ਕਨਸਟੀਟਿਊਸ਼ਨ ਦੇ ਮੁਤਾਬਕ ਚੱਲ ਰਿਹਾ। ਔਰ ਇਹਦੇ ਵਿੱਚ ਮੇਰੇ ਦਿਮਾਗ 'ਚ ਜਿਹੜੀ ਸੀ ਉਹ ਗੱਲ ਇਹ ਆਈ ਸੀ ਵੀ ਜਿਹੜਾ ਗਰੀਬ ਬੰਦਾ ਹੈ, ਜਿਹੜੀ ਗਰੀਬ ਫੈਮਿਲੀ ਹੈ, ਗਰੀਬ ਪਰਿਵਾਰ ਦਾ ਬੱਚਾ ਹੈ, ਮੰਨ ਲਓ ਇੱਕ ਉਹ ਬੰਦਾ ਜਿਹਦੇ ਕੋਲ 70 ਕਿੱਲੇ ਪੈਲੀ ਹੈ, ਜਿਹਦੇ ਕੋਲ ਬਹੁਤ ਵੱਡਾ ਜਿਹੜਾ ਲੈਂਡਲੋਰਡ ਆ, ਜਿਹਦੇ ਕੋਲ ਬਹੁਤ ਜ਼ਮੀਨ ਆ, ਜਿਹਦੇ ਕੋਲ ਬਹੁਤ ਜ਼ਿਆਦਾ ਕੈਪੀਟਲਿਜ਼ਮ ਆ, ਜਿਹਦੇ ਕੋਲ ਕੈਪੀਟਲ ਹੈ ਜਿਹਦੇ ਕੋਲ, ਤੇ ਇੱਕ ਉਹ ਬੰਦਾ ਜਿਹੜਾ ਵਿਚਾਰਾ ਮਜ਼ਦੂਰੀ ਕਰਕੇ ਸਿਰਫ ਆਪਣੇ ਖਾਣ ਵਾਸਤੇ ਜਿਹੜਾ ਰੋਟੀ ਕਮਾ ਪਾ ਰਿਹਾ ਹੋਵੇ। ਹੁਣ ਜੇ ਉਹਨੂੰ ਆਪਾਂ ਕਹਿ ਵੀ ਦਈਏ ਵੀ ਹਾਰਡ ਵਰਕ ਕਰੀਏ, ਵੀ ਭਾਈ ਤੂੰ ਹਾਰਡ ਵਰਕ ਕਰ, ਇੱਕ ਦਿਨ ਤੂੰ ਆਪਣਾ ਅੰਬਾਨੀ ਸਾਹਿਬ ਦੇ ਬਰਾਬਰ ਤੂੰ ਪਹੁੰਚ ਜਾਏਗਾ, ਇੱਕ ਦਿਨ ਤੂੰ ਟਾਟਾ ਦੇ ਬਰਾਬਰ ਹੋ ਜਾਏਗਾ, ਇੱਕ ਦਿਨ ਤੂੰ ਇੰਨੇ ਵੱਡੇ ਵੱਡੇ ਲੋਕਾਂ ਦੇ ਬਰਾਬਰ ਹੋ ਜਾਏਗਾ, ਤਾਂ ਕਦੇ ਵੀ ਪੋਸੀਬਲ ਨਹੀਂ ਹੈ। ਤੇ ਇਸ ਬਾਰੇ ਆਪਾਂ ਕੀ ਸੋਚਦੇ ਹਾਂ, ਤੇ ਉਹ ਵਿਚਾਰਾ ਮੈਂ ਤਾਂ ਸੋਚਦਾ ਨਹੀਂ ਇਹ ਪੋਸੀਬਲ ਨਹੀਂ ਹੈ। ਤੇ ਸਿਸਟਮ ਨੂੰ ਕਿਵੇਂ ਸੁਧਾਰਿਆ ਜਾ ਸਕਦਾ, ਇਹਨੂੰ ਕਿਵੇਂ ਆਪਾਂ ਜਿਹੜਾ ਹਰ ਬੰਦਾ, ਕਿਉਂਕਿ ਜਿਹੜੀ ਵੀ ਕੋਈ ਵੀ ਜਮਾਤ ਮੰਨ ਲਓ, ਕੋਈ ਵੀ ਧਰਮ ਹੈ, ਮਜ਼ਹਬ ਹੈ, ਹਰ ਇੱਕ ਬੰਦਾ ਲੜਨਾ ਸਿਖਾ ਰਿਹਾ। ਜਿਹੜੀਆਂ ਛੋਟੀਆਂ ਜਾਤਾਂ ਨੇ ਉਹਨਾਂ ਨੇ ਆਪਣਾ ਇੱਕ ਸੰਗਠਨ ਬਣਾਇਆ ਪੋਲੀਟੀਕਲ, ਤੇ ਜਿਹੜੀਆਂ ਉੱਚ ਜਾਤਾਂ ਨੇ ਉਹਨਾਂ ਨੇ ਆਪਣਾ ਇੱਕ ਸੰਗਠਨ ਬਣਾਇਆ ਹੋਇਆ ਹੈ। ਮਤਲਬ ਕੁੱਲ ਮਿਲਾ ਕੇ ਇਹ ਵੀ ਸਾਰੇ ਬੰਦੇ ਲੜ ਰਹੇ ਹੈ ਇੱਕ ਦੂਜੇ ਨੂੰ, ਔਰ ਇਹ ਸਾਰੇ ਦੇ ਵਿਚਕਾਰ ਹੋ ਕੀ ਰਿਹਾ ਵੀ ਬਿਲਕੁਲ ਗਰੀਬ ਗਰੀਬੀ ਹੈ। ਜਿਹੜਾ ਗਰੀਬ ਦੇ ਹੱਕ ਵਿੱਚ ਨਾਰੇ ਲਗਾ ਰਿਹਾ ਉਹ ਇੱਕ ਦਿਨ ਅਮੀਰ ਹੋ ਜਾਂਦਾ। ਜਦੋਂ ਵੋਟਾਂ ਆਉਂਦੀਆਂ ਨੇ ਉਸ ਵਕਤ ਹਿਮਾਇਤ ਜਿਤਾਈ ਜਾਂਦੀ ਹੈ, ਇਹ ਯਾਦ ਰੱਖਣ ਲਈ ਗੱਲਾਂ ਕੀਤੀਆਂ ਜਾਂਦੀਆਂ ਨੇ। ਜਦੋਂ ਹੀ ਵੋਟਾਂ ਖਤਮ ਹੋ ਜਾਂਦੀਆਂ ਤੇ ਗਰੀਬ ਫਿਰ ਉੱਥੇ ਗਰੀਬ ਹੀ ਹੈ ਵਿਚਾਰਾ, ਉਹ ਦਿਹਾੜੀ ਕਰ ਰਿਹਾ ਤੇ ਹੱਥ ਫੈਲਾ ਰਿਹਾ ਆ। ਮੈਂ ਇੱਥੇ ਗੱਲ ਪੁੱਛਣੀ ਚਾਹਾਂਗਾ ਵੀ ਜਿਵੇਂ ਮੰਨ ਲਓ ਵੋਟਾਂ ਦਾ ਦੌਰ ਹੁੰਦਾ ਹੈ, ਚਾਹੇ ਕੋਈ ਵੋਟਾਂ ਨੇ MP ਵਾਸਤੇ, ਚਾਹੇ MLA ਵਾਸਤੇ, ਚਾਹੇ ਪ੍ਰਧਾਨ ਮੰਤਰੀ ਵਾਸਤੇ, ਕਿਹਦੇ ਵਾਸਤੇ ਵੀ, ਲੋਕਾਂ ਨੂੰ ਝੂਠੇ ਜਿਹੜੇ ਆ ਵਾਅਦੇ ਉਹ ਕੀਤੇ ਜਾਂਦੇ ਆ, ਭਰਮਾਇਆ ਜਾਂਦਾ ਲੋਕਾਂ ਨੂੰ ਕਿਹਾ ਜਾਂਦਾ, ਲੋਲੀਪੌਪ ਦਿੱਤੇ ਜਾਂਦੇ ਵੀ ਤੁਹਾਡੇ ਵਾਸਤੇ ਆਹ ਕਰਾਂਗੇ, ਸੜਕਾਂ ਫਲਾਨਾ ਢਿਮਕਾ ਇਸ ਤਰ੍ਹਾਂ ਕਰਾਂਗੇ। ਉਹ ਕਿਹੜੀਆਂ 5 ਗੱਲਾਂ ਹੋਣੀਆਂ ਚਾਹੀਦੀਆਂ, 5 ਗੱਲਾਂ ਕਿਹੜੀਆਂ ਹੋਣੀਆਂ ਚਾਹੀਦੀਆਂ ਜਿਹਦੇ ਨਾਲ ਸਾਰੇ ਸਮਾਜ ਨੂੰ ਜਾਂ ਸਾਰੇ ਦੇਸ਼ ਨੂੰ ਲੱਗੇ ਕਿ ਸੱਚੀ ਮੁੱਚੀ ਇਹ ਗੱਲਾਂ ਨਾਲ ਸਾਡਾ ਜਿਹੜਾ
ਸਮਾਜ ਆ ਜਾਂ ਸਾਡੇ ਸਮਾਜ ਦੀ ਜਿਹੜੀ ਦੇਖ ਉਹ ਬਦਲ ਸਕਦੀ ਹੈ। ਮੈਂ 5 ਗੱਲਾਂ ਤੇ ਚਾਹਾਂਗਾ ਵੀ ਮਿਨੀਮਮ 5 ਗੱਲਾਂ ਹੋਣ, ਵੈਸੇ ਹੋਰ ਵੱਧ ਵੀ ਸਕਦੀਆਂ, ਤੁਸੀਂ ਵੀ ਆਪਣੇ ਸੁਝਾਅ ਦੇ ਸਕਦੇ ਹੋ ਕਿਹੜੀਆਂ 5 ਗੱਲਾਂ ਹੋਣ ਜਿਹਦੇ ਨਾਲ ਸਾਡਾ ਸਮਾਜ ਜਿਹੜਾ ਤਰੱਕੀ ਕਰ ਸਕੇ। ਕਿਉਂਕਿ ਧਾਰਮਿਕ ਲੋਕਾਂ ਨੇ ਤਾਂ ਸਾਡੀ ਅੱਖਾਂ ਤੇ ਪੱਟੀ ਬੰਨੀ ਹੋਈ ਹੈ ਇੱਕ ਭਰਮ ਦੀ, ਉਹ ਨਹੀਂ ਜਾਣ ਦਿੰਦੇ ਸਾਨੂੰ ਕਨਸਟੀਟਿਊਸ਼ਨ ਤੱਕ ਜਾਂ ਜਿਹੜਾ ਪ੍ਰਸ਼ਾਸਨਿਕ ਸਿਸਟਮ ਆ ਉੱਥੇ ਤੱਕ ਨਹੀਂ ਜਾਣ ਦਿੰਦੇ। ਤਾਂ ਕਿਹੜੀਆਂ ਮਿਨੀਮਮ 5 ਗੱਲਾਂ ਹੋ ਸਕਦੀਆਂ ਜਿਨ੍ਹਾਂ ਤੇ ਲੋਕੀ ਪਹਿਰਾ ਦੇ ਸਕਦੇ ਨੇ, ਜਾਂ ਉਹ ਲੋਕੀ ਕਹਿਣ ਵੀ ਜਿਹੜੇ ਰਾਜਨੀਤਿਕ ਨੇਤਾ, ਜਿਹੜਾ ਵੀ ਬੰਦਾ ਖੜਾ ਹੋਵੇ ਉਮੀਦਵਾਰ, ਭਾਵੇਂ ਕੋਈ ਕਾਂਗਰਸ ਦਾ, ਭਾਵੇਂ ਕੋਈ ਬੀਜੇਪੀ ਦਾ, ਕੋਈ ਅਕਾਲੀ ਦਲ ਦਾ, ਜਿਹੜਾ ਵੀ ਕੋਈ ਨੇਤਾ ਖੜਾ ਹੋਵੇ ਵੀ ਸਾਡੀਆਂ 5 ਮੰਗਾਂ ਪੂਰੀਆਂ ਕਰਕੇ ਦੇ, ਜਿਹਦੇ ਨਾਲ ਉਹਨਾਂ ਨੂੰ ਅਕਲ ਆ ਸਕੇ। ਬੜੀ ਸਿੰਪਲ ਜੀ ਗੱਲ ਹੈ ਕਿ ਪਹਿਲਾਂ ਮੰਨ ਲਓ ਕਿ ਇੱਕ ਪਿੰਡ ਤੋਂ ਗੱਲ ਕਰਦੇ ਹਾਂ ਕਿ ਇੱਕ ਪਿੰਡ ਦੇ ਵਿੱਚ ਕੋਈ ਇੱਕ ਬੰਦਾ ਆ ਤੇ ਉਹਦੀ 70 ਕਿੱਲੇ ਪੈੜੀ ਹੈ ਜਿੱਦਾਂ ਤੁਸੀਂ ਦੱਸਿਆ, ਤੇ ਇੱਕ ਬੰਦਾ ਹੈ ਜਿਹਦੀ ਪੈੜੀ ਕੋਈ ਨਹੀਂ ਆ, ਉਹ ਦਿਹਾੜੀ ਕਰ ਰਿਹਾ ਆ, ਮਤਲਬ ਰਾਜ ਮਿਸਤਰੀ ਦਾ ਕੰਮ ਕਰ ਰਿਹਾ, 200-400 ਰੁਪਏ ਦਿਹਾੜੀ ਦਾ ਲੈ ਕੇ ਆ ਰਿਹਾ ਤੇ ਸ਼ਾਮ ਨੂੰ ਪਰਿਵਾਰ ਚਲਾ ਰਿਹਾ। ਪਹਿਲੀ ਗੱਲ ਤੇ ਉਸ ਪਿੰਡ ਵਾਲਿਆਂ ਨੂੰ ਇਕਜੁੱਟ ਹੋਣਾ ਚਾਹੀਦਾ, ਤੇ ਜਿਹੜਾ ਵੀ ਕੋਈ ਅਮੀਰ 70 ਕਿੱਲੇ ਵਾਲਾ ਆ, ਇੱਕ 70 ਕਿੱਲੇ ਵਾਲਾ ਹੋਏਗਾ, ਦੂਸਰਾ 30 ਕਿੱਲੇ ਵਾਲਾ ਹੋਏਗਾ, ਚੌਥਾ 40 ਕਿੱਲੇ ਵਾਲਾ ਹੋਏਗਾ, ਰਲਾ ਬਣਾ ਕੇ ਇਹ ਆਪੋ ਆਪਣੀਆਂ ਸੰਪਦਾ ਨੇ। ਇਹ ਥੋੜੇ ਜਿਹੇ ਸਰਕਾਰ ਨੂੰ ਵੀ ਐਕਸ਼ਨ ਲੈਣੇ ਪੈਣਗੇ, ਸਰਕਾਰ ਨੂੰ ਫੈਸਲਾ ਕਰਨਾ ਪਏਗਾ ਕਿ ਮੰਨ ਲਓ ਇੱਕ ਪਿੰਡ ਦੇ ਵਿੱਚ ਸਾਰੀ ਜ਼ਮੀਨ ਇੱਕ ਪਿੰਡ ਦੇ ਲੋਕਾਂ ਦੀ, ਗਰੀਬ ਅਮੀਰ, ਕਿਸੇ ਦੀ 2 ਕਿੱਲੇ, ਕਿਸੇ ਦੀ 4 ਕਿੱਲੇ, ਕਿਸੇ ਦੀ 70 ਕਿੱਲੇ ਮਿਲਾ ਕੇ ਸਾਰੇ ਪਿੰਡ ਦੀ ਕੋਸ਼ਿਸ਼ ਕੀਤੀ ਜਾਏ। ਉਹਦੇ ਵਿੱਚੋਂ ਆਮਦਨ ਜਿਹੜੀ ਹੈ ਉਹ ਸਾਰਿਆਂ ਨੂੰ ਬਰਾਬਰ ਦੀ ਆਵੇ, ਤੇ ਉਹਦੇ ਵਿੱਚੋਂ ਅਨਾਜ ਜਿਹੜਾ ਆ ਉਹ ਸਾਰੇ ਆਪੋ ਆਪਣਾ ਲੈ ਸਕਣ। ਉਹਦੇ ਵਿੱਚ ਗਰੀਬ ਵੀ ਕੰਮ ਕਰੇ, ਅਮੀਰ ਜਿਹਦੀ ਹੈਗੀ ਆ ਉਹ ਵੀ ਕੰਮ ਕਰੇ। ਇੱਕ ਤੇ ਇਹ ਪਹਿਲੂ ਹੈ ਕਿ ਉਸ ਜ਼ਮੀਨ ਨੂੰ ਇਦਾਂ ਕਰ ਦਿੱਤਾ ਜਾਏ। ਦੂਸਰਾ ਇੱਕ ਪੁਆਇੰਟ ਹੋ ਗਿਆ, ਮੈਂ ਇਹਨੂੰ ਛੇੜਦਾ ਥੋੜਾ ਜਿਹਾ ਹੋਰ। ਹਾਂਜੀ ਬਿਲਕੁਲ। ਕਿਉਂਕਿ ਜਦੋਂ ਜਿਹਦੀ ਬੰਦੇ ਦੀ 70 ਕਿੱਲੇ ਪੈਲੀ ਹੈ ਕਿ ਉਹਨੂੰ ਤਕਲੀਫ ਨਹੀਂ ਹੋਊਗੀ ਮੈਂ ਆਪਣੀ ਜਿਹੜੀ ਸਾਰੀ ਕਮਾਈ ਆ, ਮੈਂ ਆਪਣੀ ਕੈਪੀਟਲ ਜਿੰਨੀ ਕਮਾਈ ਹੋਈ ਹੈ ਜ਼ਿੰਦਗੀ ਦੀ, ਉਹ ਕਿਵੇਂ ਅਸੀਂ ਬੜੀ ਸਾਂਝੀ ਕਰਦੀ ਸਾਰਿਆਂ ਵਾਸਤੇ। ਬੜਾ ਮੈਂ ਇਹ ਗੱਲ ਕੀਤੀ ਕਿ ਇਹ ਸਾਨੂੰ ਇਸ ਦਿਮਾਗੀ ਪੱਧਰ ਤੇ ਜਾ ਕੇ ਇਸ ਚੀਜ਼ ਦਾ ਫੈਸਲਾ ਲੈਣਾ ਪਏਗਾ ਕਿ ਜੇ ਤਾਂ ਇਸ ਚੀਜ਼ ਨੂੰ ਸਮਝ ਗਏ, ਹੁਣ ਉਹ 70 ਕਿੱਲੇ ਦੀ ਪੈਲੀ ਹੈ ਜਿਸ ਵੀ ਬੰਦੇ ਦੀ XYZ ਹੈ, ਕਿ ਉਹਦੇ ਵਿੱਚ ਉਹ ਹਲ ਖੁਦ ਵਾਹ ਰਿਹਾ, ਕਿ ਉਹਨੂੰ ਖਾਦ ਉਹ ਖੁਦ ਦੇ ਰਿਹਾ, ਕਿ ਉਹਨੂੰ ਪਾਣੀ ਉਹ ਖੁਦ ਦੇ ਰਿਹਾ, ਬਿਲਕੁਲ ਨਹੀਂ ਖੁਦ ਕਰ ਰਿਹਾ। ਸਿਰਫ ਉਹਨੇ ਜਿਵੇਂ ਵੀ ਕਿਵੇਂ ਉਹਨੂੰ ਪਿੱਛੋਂ ਮਿਲ ਗਿਆ ਜਾਂ ਕਿਤੇ ਨਾ ਕਿਤੇ ਉਹਦੇ ਕੋਲ ਪੈਸਾ ਆ ਗਿਆ, ਉਹਨੇ 70 ਕਿੱਲੇ ਬਣਾ ਤੇ ਲਈ ਹੈ, ਬਟ ਉਹਨੇ ਥੱਲੇ ਚਲਾਉਣ ਦੇ ਲਈ ਕੰਮ ਕਰ ਰਿਹਾ। ਇੱਕ ਉਦਾਹਰਨ ਹੋਰ ਦਿੰਦਾ, ਮੰਨ ਲਓ ਕਿ ਕੋਈ ਫੈਕਟਰੀ ਦਾ ਮਾਲਕ ਹੈ, XYZ ਹੈ, ਹੁਣ ਕਿਸੇ ਬੰਦੇ ਕੋਲ ਪੈਸੇ ਹੈਗੇ, ਉਹਨੇ ਆਪਣੀ ਫੈਕਟਰੀ ਆਜ਼ਾਦ ਕਰ ਲਈ ਹੈ, ਹੁਣ ਫੈਕਟਰੀ ਦੇ ਵਿੱਚੋਂ ਇੱਕ ਪੱਖਾ ਤਿਆਰ ਹੋ ਰਿਹਾ। ਹੁਣ ਪੱਖਾ ਤਿਆਰ ਹੋ ਕੇ ਜਦੋਂ ਫੈਕਟਰੀ ਦੇ ਕੋਲ ਜਾ ਕੇ ਬਾਜ਼ਾਰ ਦੇ ਵਿੱਚ ਵਿਕ ਰਿਹਾ, ਤੇ ਉਸ ਦੀ ਜਿਹੜੀ ਕੀਮਤ ਹੈ ਉਹ ਪੱਖੇ ਵਾਲੀ ਫੈਕਟਰੀ ਨੇ ਆਪ ਤੈਅ ਕੀਤੀ ਕਿ 1700 ਦਾ, 2200 ਦਾ, 2500 ਦਾ ਜਿਹੜਾ ਆ ਇਹ ਵਿਕੇਗਾ। ਪਰ ਉਹਨੂੰ ਬਣਾਉਣ ਵਾਲੇ ਮਜ਼ਦੂਰ ਕਿਹੜੇ ਨੇ? ਕਿ ਜਿੰਨੀ ਕਮਾਈ ਉਸ ਪੱਖੇ ਦੀ ਸੇਲ ਦੀ ਉਸ ਫੈਕਟਰੀ ਮਾਲਕ ਨੂੰ ਜਾਂਦੀ ਹੈ, ਕਿ ਉਨੀ ਬਣਾਉਣ ਵਾਲਿਆਂ ਨੂੰ ਵੀ ਗਈ ਹੈ। ਫੈਕਟਰੀ ਦਾ ਮਾਲਕ ਤਾਂ ਹੀ ਫੈਕਟਰੀ ਦਾ ਮਾਲਕ ਹੈ ਜੇ ਉਹਦੇ ਥੱਲੇ ਮਜ਼ਦੂਰ ਕੰਮ ਕਰਨ ਵਾਲੇ ਨੇ। ਤੇ ਜਿਹੜਾ ਕਾਸ਼ਤਕਾਰ ਹੈ, ਜਿਹੜਾ ਆਪ ਮਿਹਨਤ ਕਰ ਰਿਹਾ ਆ, ਉਹਨੂੰ ਵੀ ਉਹਦੇ ਬਰਾਬਰ ਦਾ ਜਿਹੜਾ ਆ ਉਹ ਹੱਕ ਦਿਓ। ਤੇ ਫੈਕਟਰੀਆਂ ਵਾਲਿਆਂ ਨੂੰ ਵੀ ਸਮਝਣਾ ਚਾਹੀਦਾ ਕਿ ਫੈਕਟਰੀ ਵਾਲੇ ਕੀ ਕਰ ਰਹੇ ਆ ਕਿ ਆਪ ਲੱਖਾਂ ਰੁਪਏ ਕਮਾ ਰਹੇ ਆ, ਤੇ ਜਿਹੜਾ ਇਨਸੈਂਟਿਵ ਆ ਦੂਜਾ ਤੀਜਾ ਆ ਫੈਕਟਰੀ ਜਿਹੜੇ ਕੰਮ ਕਰਨ ਵਾਲੇ ਜਿਨ੍ਹਾਂ ਦੀ ਐਕਚੁਅਲ ਮਿਹਨਤ ਹੈ ਉਹਨਾਂ ਵਿਚਾਰਿਆਂ ਨੂੰ 1% ਦਿੱਤਾ ਜਾ ਰਿਹਾ। ਪਹਿਲਾ ਪੁਆਇੰਟ ਮਤਲਬ ਆਪਾਂ ਕਹਿ ਸਕਦੇ ਹਾਂ ਵੀ ਸਾਨੂੰ ਜਿੰਨੀ ਪ੍ਰਾਪਰਟੀ ਹੈ ਉਹਨੂੰ ਸਾਂਝੇ ਐਲਾਨ ਕਰਨਾ ਪਏਗਾ ਕਿ ਇਹ ਸਾਰਿਆਂ ਦੀ ਸਾਂਝੀ ਹੈ। ਕਿਉਂਕਿ ਮੈਨੂੰ ਇਹ ਸਮਝ ਲੱਗਦੀ ਹੈ ਵੀ ਸਾਂਝੀ ਜਦੋਂ ਆਪਾਂ ਐਲਾਨ ਕਰਾਂਗੇ ਤੇ ਕਿਉਂਕਿ ਬੰਦੇ ਦੀ ਜਿਹੜੀ ਜ਼ਰੂਰਤ ਆ ਉਹ ਰੋਟੀ ਕੱਪੜਾ ਤੇ ਮਕਾਨ ਹੀ ਆ। ਹਾਂ ਬਿਲਕੁਲ। ਭਾਵੇਂ 70 ਕਿੱਲੇ ਵਾਲਾ ਬੰਦਾ ਤੇ ਭਾਵੇਂ ਬਿਨਾਂ ਜ਼ਮੀਨ ਵਾਲਾ ਬੰਦਾ, ਖਾਣੀ ਉਹਨਾਂ ਨੇ ਰੋਟੀ ਆ। ਇਹਨਾਂ ਦਿਨਾਂ 'ਚ ਆਪਾਂ ਦੇਖ ਰਹੇ ਹਾਂ, ਕਰੋਨਾ ਦੇ ਦਿਨਾਂ ਦੇ ਵਿੱਚ ਕੋਈ ਅਮੀਰ ਹੈ ਕੋਈ ਗਰੀਬ ਹੈ, ਸਾਰੇ ਬੈਠੇ ਨੇ। ਫਰਕ ਸਿਰਫ ਇੰਨਾ ਹੈ ਕਿ ਅਮੀਰ ਨੂੰ ਦੁਕਾਨ ਤੇ ਜਾ ਕੇ ਸੌਦਾ ਖਰੀਦ ਕੇ ਆਪਣਾ ਘਰ ਚਲਾਉਣਾ ਪੈ ਰਿਹਾ ਹੈ, ਤੇ ਜਿਹੜੇ ਗਰੀਬ ਹੈ ਉਹਨਾਂ ਨੂੰ ਕੋਈ ਜਾ ਕੇ ਖਵਾ ਕੇ ਆ ਰਿਹਾ। ਨਾਲੇ ਜਦੋਂ ਮੇਰੇ ਖਿਆਲ ਤੋਂ ਇਸ ਤਰ੍ਹਾਂ ਹੋ ਗਿਆ ਵੀ ਸਾਂਝੀ ਪ੍ਰਾਪਰਟੀ ਅਨਾਲਤੀ ਆਪਾਂ, ਭਾਵੇਂ ਇਹਨੂੰ ਤੁਸੀਂ ਸਮਾਜਵਾਦ ਕਹਿ ਲਓ, ਕਮਿਊਨਿਜ਼ਮ ਕਹਿ ਲਓ, ਭਾਵੇਂ ਤੁਸੀਂ ਇਹਨੂੰ ਪੱਥਰ ਜਿਗਰਾ ਕਰਕੇ ਇਹਨੂੰ ਆਪਣੀ ਸੇਵਾ ਕਹਿ ਲਓ, ਜਦੋਂ ਆਪਾਂ ਇਦਾਂ ਕਰਦਾ ਵੀ ਪ੍ਰਾਪਰਟੀ ਸਾਂਝੀ ਐਲਾਨ ਕਰਤੀ, ਤਾਂ ਇਹਦੇ ਨਾਲ ਮੈਨੂੰ ਇਹ ਲੱਗਦਾ ਕਿ ਜਿਹੜੀ ਗਰੀਬ ਦੀ ਅਮੀਰ ਵੱਲ ਦੇਖਣ ਦੀ ਤਾਂਘ ਆ ਇੱਕ ਵੀ ਮੈਨੂੰ ਕੋਈ ਰੋਟੀ ਦੇ ਕੇ ਜਾਊਗਾ। ਇਹਨਾਂ ਦਿਨਾਂ ਦੇ ਵਿੱਚ ਆਪਾਂ ਦੇਖ ਰਹੇ ਹਾਂ ਵੀ ਗਰੀਬ ਦੇਖਦਾ ਵੀ ਮੈਨੂੰ ਕੋਈ ਰੋਟੀ ਦੇ ਕੇ ਜਾਵੇ, ਤਾਂ ਇਹ ਸਾਰਾ ਸਿਸਟਮ ਹੀ ਖਤਮ ਹੋ ਜਾਏਗਾ। ਬਿਲਕੁਲ। ਹੁਣ ਕੀ ਹੈ ਕਿ ਨਾ ਕੋਈ ਦਾਨੀ, ਬਿਲਕੁਲ ਨਾ ਕੋਈ ਭਿਖਾਰੀ, ਨਾ ਕੋਈ ਭਿਖਾਰੀ ਰਹੂਗਾ, ਬਈ ਸਾਰੇ ਬਰਾਬਰ ਆ, ਸਾਰੇ ਕੰਮ ਕਰ ਰਹੇ, ਸਾਰੇ ਖਾ ਰਹੇ ਨੇ। ਠੀਕ ਨਹੀਂ? ਕਿੰਨਾ ਚੰਗਾ ਹੋਵੇ ਕਿ ਇਹਨਾਂ ਦਿਨਾਂ 'ਚ ਜਿਹੜੀਆਂ ਸੰਸਥਾਵਾਂ ਵੈਸੇ ਦਾਨ ਦੇ ਰਹੀਆਂ, ਵੈਸੇ ਕੰਮ ਕਰ ਰਹੀਆਂ, ਜਿਹੜੇ ਅਮੀਰ ਲੋਕ ਆਪਣੇ
ਫੰਡ ਦੇ ਰਿਹਾ। ਕਿੰਨਾ ਚੰਗਾ ਹੋਵੇ ਕਿ ਵੈਸੇ ਕੋਈ ਨਾ ਕੋਈ ਬਿਜ਼ਨਸ ਖੋਲ ਕੇ ਦੇਣ, ਵੈਸੇ ਕੋਈ ਨਾ ਕੋਈ ਕੰਮ ਖੋਲ ਕੇ ਦੇਣ, ਉਹਨਾਂ ਨੂੰ ਬਰਾਬਰ ਦਾ ਦੇਣ, ਬਰਾਬਰ ਦਾ ਅਧਿਕਾਰ ਦੇਣ। ਗਰੀਬ ਕੋਈ ਰਹੇਗਾ ਹੀ ਨਹੀਂ। ਹੁਣ ਬੜੇ ਲੋਕਾਂ ਨੂੰ ਮੈਂ ਇਹਨਾਂ ਦਿਨਾਂ ਦੇ ਵਿੱਚ ਜਾਣਦਾ ਹਾਂ, ਜਿਹੜੇ ਲੋਕ ਮਿਲਦੇ ਨੇ ਉਹ ਕਿਸੇ ਵੱਡੇ ਵੱਡੇ ਸਰਮਾਏਦਾਰਾਂ ਦੀਆਂ ਕੋਠੀਆਂ 'ਚ ਕੰਮ ਕਰਦੇ ਨੇ, ਵੱਡੇ ਵੱਡੇ ਲੋਕ। ਹੁਣ ਕੀ ਹੈ ਕਿ ਸਰਮਾਏਦਾਰ ਆਪਣੇ ਘਰਾਂ 'ਚ ਬੈਠਾ ਹੋਇਆ, ਉਹ ਵਿਚਾਰਾ ਫਿਰ ਉਸੇ ਰੋਟੀ ਨੂੰ ਤਰਸ ਰਿਹਾ ਹੈ। ਕਿੰਨਾ ਚੰਗਾ ਹੋਵੇ ਕਿ ਉਹ ਪਰਿਵਾਰ ਦੇ ਮੈਂਬਰਾਂ ਵਾਂਗੂ ਰਹਿਣ ਤੇ ਆਪਣੇ ਆਪ ਸਿਸਟਮ ਇਸ ਚੀਜ਼ ਦੀ ਲੀਕ ਖਿੱਚੀ ਜਾਵੇ ਕਿ ਸਾਰੇ ਬਰਾਬਰ ਨੇ। ਇਤਿਹਾਸਕ ਹਵਾਲਾ ਇੱਕ ਮੈਂ ਦੇਣਾ ਚਾਹੂੰਗਾ, ਸ਼ਾਇਦ ਕਈਆਂ ਨੂੰ ਅਜੀਬ ਵੀ ਲੱਗੇ। ਬਾਬੇ ਨਾਨਕ ਦੀ ਗੱਲ ਨੂੰ ਅਸੀਂ ਗੱਲ ਕਰਦੇ ਹਾਂ ਕਿ ਬਾਬੇ ਨਾਨਕ ਨੇ 13 ਕਿਹਾ, ਪਰ ਉਹਦੀ ਸਾਰੀ ਜਦੋਂ ਫਿਲਾਸਫੀ ਨੂੰ ਦੇਖਦੇ ਹਾਂ, ਉਹਦਾ 13 ਮਤਲਬ ਇਹ ਨਹੀਂ ਸੀ ਸਾਰਾ 13 ਲਟਾਤਾ, ਸਾਰਾ 13। ਉਹਦੇ ਪਿੱਛੇ ਕੀ ਸੀਗਾ ਕਿ ਉਸ ਮੋਦੀਖਾਨੇ ਦੇ ਵਿੱਚ ਸਰਕਾਰੀ ਜਿਣਸ ਜਮ੍ਹਾਂ ਕੀਤੀ ਜਾਂਦੀ ਸੀ ਕਿ ਜਿੰਨਾ ਵੀ ਸਰਕਾਰ ਦਾ ਮਾਲ ਹੁੰਦਾ ਸੀ ਟੈਕਸ ਦੇ ਰੂਪ ਦੇ ਵਿੱਚ ਜਮ੍ਹਾਂ ਹੁੰਦਾ ਸੀ। ਸਰਕਾਰ ਸਾਰੀ ਖਜ਼ਾਨਾ ਲਿਆ ਕੇ ਸਰਕਾਰ ਦੇ ਵਿੱਚ ਉੱਥੇ ਮੋਦੀਖਾਨੇ ਵਿੱਚ ਜਮ੍ਹਾਂ ਕੀਤਾ ਜਾਂਦਾ ਸੀ, ਜਿੱਥੋਂ ਦੇ ਮੋਦੀਖਾਨਾ ਇੱਕ ਗਵਰਨਰ ਸੀ ਗੁਰੂ ਨਾਨਕ ਸਾਹਿਬ। ਤੇ ਗੁਰੂ ਨਾਨਕ ਸਾਹਿਬ ਨੂੰ ਇਹ ਲੱਗਾ ਕਿ ਯਾਰ ਇਹ ਸਰਕਾਰ ਦੇ ਕੋਲ ਤਾਂ ਪੈਸਾ ਵੈਸੇ ਵੀ ਬਹੁਤ ਹੈ, ਸਰਮਾਏਦਾਰਾਂ ਦੇ ਕੋਲ ਵੀ ਬਹੁਤ ਹੈ, ਕਿਉਂ ਨਾ ਹੋਵੇ ਕਿ ਇਹ ਲੋੜਵੰਦ ਜਿਹੜੇ ਲੋਕ ਨੇ ਉਹਨਾਂ 'ਚ ਵਿੱਚ ਵੰਡ ਦਿੱਤਾ ਜਾਏ। ਤੇ ਗੁਰੂ ਨਾਨਕ ਸਾਹਿਬ ਨੇ ਉਹ ਲੋੜਵੰਦਾਂ ਦੇ ਵਿੱਚ ਚੁੱਕ ਕੇ ਜਿਹੜਾ ਵੰਡ ਦਿੱਤਾ ਹੈ ਤੇ ਉਹ ਲੋਕ ਵੀ ਸਕੂਨ ਦੀ ਜ਼ਿੰਦਗੀ ਜਿਉਣ ਲੱਗ ਪਏ। ਮੇਰੇ ਦਿਮਾਗ 'ਚ ਇੱਕ ਹੋਰ ਗੱਲ ਹੁੰਦੀ ਹੈ ਕਿ ਆਪਾਂ ਵੈਸੇ ਇਹ ਗੱਲ ਕਰ ਸਕਦੇ ਹਾਂ ਕਿ ਸਾਨੂੰ ਬੋਲਣ ਦਾ ਹੱਕ ਹੈ। ਬਿਲਕੁਲ। ਆਪਾਂ ਸਮਾਜ ਦੇ ਵਿੱਚ ਇਹ ਪਹਿਲਾ ਹੀ ਪੁਆਇੰਟ ਹੈ ਜੀ ਹਜੇ ਵੀ ਜਿੰਨੀ ਪ੍ਰਾਪਰਟੀ ਹੈ, ਜਿੰਨੀ ਜੋ ਵੀ ਕੁਝ ਹੈ ਸਿਸਟਮ, ਜਿੱਥੋਂ ਪੈਸਾ ਬਣਦਾ, ਜਿੱਥੋਂ ਕਮਾਈ ਹੁੰਦੀ ਬੰਦੇ ਨੂੰ, ਉਹ ਸਾਰੀ ਸਮਾਜ ਦੀ ਪ੍ਰਾਪਰਟੀ ਹੋ ਜਾਣੀ ਚਾਹੀਦੀ। ਬਿਲਕੁਲ ਹੋ ਜਾਣੀ ਚਾਹੀਦੀ। ਕਿ ਸਰਕਾਰ ਇਹਨੂੰ ਇਸ ਫੈਸਲੇ ਨੂੰ ਲੈ ਸਕਦੀ ਆ, ਜੇ ਲੈ ਸਕਦੀ ਆ ਜਾਂ ਨਹੀਂ ਲੈ ਸਕਦੀ ਤੇ ਉਹਦੇ ਕੀ ਰੀਜ਼ਨ ਆ। ਕੰਸਟੀਟਿਊਸ਼ਨ ਦੇ ਵਿੱਚ ਸੰਵਿਧਾਨ ਤਾਂ ਇਹ ਜੀ ਬੜਾ ਕਲੀਅਰ ਹੈ ਜੀ। ਇਹ ਸੰਵਿਧਾਨ ਕੰਸਟੀਟਿਊਸ਼ਨ ਦੇ ਵਿੱਚ ਲਿਖਿਆ ਵੀ ਹੈ ਤੇ ਅੰਬੇਦਕਰ ਜੀ ਨੇ ਦਰਜ ਵੀ ਕੀਤਾ ਸੀਗਾ। ਤੇ ਉਹ ਜਿਹੜੇ ਸੱਜਣ ਪੜ੍ਹੇ ਲਿਖੇ ਨੇ ਉਹ ਇਸ ਚੀਜ਼ ਨੂੰ ਸਮਝਦੇ ਵੀ ਨੇ ਕਿ ਹਰੇਕ ਨਾਗਰਿਕ ਦਾ ਆਪਣੇ ਵਿਚਾਰ ਤੇ ਆਪਣੇ ਜਨਮ ਦੇ ਉੱਤੇ ਆਪਣਾ ਅਧਿਕਾਰ ਹੈ। ਤੇ ਜਦੋਂ ਜਨਮ ਦੇ ਉੱਤੇ ਅਧਿਕਾਰ ਹੈ, ਭਾਵ ਉਹਨੂੰ ਜ਼ਿੰਦਗੀ ਸਰਵਾਈਵ ਕਰਨ ਦਾ ਅਧਿਕਾਰ ਹੈ। ਹੁਣ ਤੁਸੀਂ ਫੋਰਨ ਕੰਟਰੀਜ਼ ਚਲੇ ਜਾਓ, ਉੱਥੇ ਕੀ ਹੈ? ਐਜੂਕੇਸ਼ਨ ਬੱਚੇ ਦੀ ਫ੍ਰੀ ਹੈ, ਮੈਡੀਕਲ ਬੱਚੇ ਦਾ ਫ੍ਰੀ ਹੈ। ਬੱਚਾ 17 ਸਾਲ ਦਾ ਹੁੰਦਾ, ਉਸ ਤੋਂ ਬਾਅਦ ਫਿਕਰ ਤਾਂ ਕੋਈ ਨਹੀਂ ਨਾ। ਮਾਂ-ਬਾਪ ਨੇ ਬੱਚਾ ਜੰਮਿਆ ਤੇ ਉਹਨਾਂ ਨੇ ਉਹਨੂੰ ਮੁੱਢਲੀ ਸਿੱਖਿਆ ਦਿੱਤੀ ਹੈ, ਮੁੱਢਲੀ ਜਿਹੜੀ ਮੈਡੀਕਲ ਸਹੂਲਤ ਦਿੱਤੀ। ਉਸ ਤੋਂ ਬਾਅਦ 'ਚੋਂ ਬੱਚਾ ਜਵਾਨ ਹੋ ਰਿਹਾ ਤੇ ਆਪਣੀ ਲਾਈਫ ਨੂੰ ਇੰਜੋਏ ਕਰ ਰਿਹਾ। ਨਾ ਕਿਸੇ ਦਾ ਦਬਾਅ ਆ, ਨਾ ਕਿਸੇ ਦੀ ਲਾਲਸਾ ਆ, ਨਾ ਕਿਸੇ ਦਾ ਲਾਲਚ ਹੈ। ਉੱਥੋਂ ਦੇ ਜਿੰਨੇ ਵੀ ਮੰਤਰੀ ਨੇ, ਕੋਈ ਵੀ XYZ ਨੇ, ਪਿੱਛੇ ਦਿਨਾਂ ਇੱਕ ਟਰੂਡੋ ਦੀ ਵੀਡੀਓ ਜਿਹੜੀ ਵਾਇਰਲ ਹੋਈ ਤੇ ਉਹਦੇ ਵਿੱਚ ਰੈਸਟੋਰੈਂਟ ਦੇ ਵਿੱਚ ਲੋਕ ਬੈਠੇ ਨੇ ਤੇ ਟਰੂਡੋ ਆਪ ਜਾ ਕੇ ਹੱਥ ਮਿਲਾ ਰਿਹਾ ਉਹਨਾਂ ਲੋਕਾਂ ਨਾਲ। ਇਹਦਾ ਮਤਲਬ ਉਹਨਾਂ ਲੋਕਾਂ ਨੇ ਇਹ ਚੀਜ਼ਾਂ ਲਾਗੂ ਕਰ ਦਿੱਤੀਆਂ ਕਿ ਤੁਹਾਡੇ ਤੇ ਮੇਰੇ 'ਚ ਫਰਕ ਕੋਈ ਨਹੀਂ ਹੈ। ਤੇ ਉਹਨਾਂ ਲੋਕਾਂ ਨੇ ਕੀ ਕੀਤਾ ਕਿ ਜੇ ਹੁਣ ਮੰਨ ਲਓ ਕੋਈ ਵੀ ਮੰਤਰੀ ਹੈ, 3-4 ਮੰਤਰੀਆਂ ਦੇ ਨਾਮ ਤਾਂ ਚਲੋ ਕੀ ਲੈਣੇ ਆ, ਸਾਰੇ ਹੀ ਜਾਣਦੇ ਨੇ। ਬਹੁਤੇ ਮੰਤਰੀ ਐਸੇ ਨੇ ਪੰਜਾਬ ਦੇ ਵਿੱਚ ਹੀ ਜੇ ਇਕੱਲਾ ਲਾਇਆ ਜਾਵੇ ਜਿਨ੍ਹਾਂ ਨੂੰ 2.5-2.5, 3-3 ਲੱਖ ਰੁਪਈਆ ਸਿਰਫ ਪੈਨਸ਼ਨ ਆ ਰਹੀ ਹੈ। ਕਿਉਂਕਿ MLA ਦਾ ਵਿਧਾਨ ਹੈ ਕਿ ਜਿਹੜਾ MLA ਇੱਕ ਵਾਰ ਬਣ ਗਿਆ ਉਸ ਤੋਂ ਬਾਅਦ 'ਚ ਸਾਰੀ ਜ਼ਿੰਦਗੀ ਉਹਨੂੰ ਉਹਦੀ ਪੈਨਸ਼ਨ ਆਉਣੀ ਹੈ। ਜਿਹੜਾ ਕੋਈ MP ਬਣ ਗਿਆ ਸਾਰੀ ਜ਼ਿੰਦਗੀ ਉਹਨੂੰ ਪੈਨਸ਼ਨ ਆਉਣੀ ਹੈ। ਕਈ ਲੋਕ 5-5, 6-6 ਜਿਹੜੀਆਂ ਨੇ ਉਹ ਪੈਨਸ਼ਨਾਂ ਲੈ ਰਹੇ ਹੈਗੇ ਨੇ। ਇਹਦਾ ਮਤਲਬ ਉਹ ਪੈਨਸ਼ਨਾਂ ਆ ਕਿੱਥੋਂ ਰਹੀਆਂ? ਗਰੀਬ ਦੀ ਜੇਬ ਦੇ ਵਿੱਚ। ਤੇ ਗਰੀਬ ਵਿਚਾਰਾ ਫਿਰ ਗਰੀਬ ਹੈ ਤੇ ਮੰਤਰੀ ਅਮੀਰ ਨੇ। ਇੱਕ ਮੰਤਰੀ ਨੂੰ 1 ਮਹੀਨੇ ਦੀ ਜ਼ਿੰਦਗੀ ਸਰਵਾਈਵ ਕਰਨ ਦੇ ਲਈ ਕਰੋੜਾਂ ਰੁਪਈਆ ਖਰਚ ਕੀਤਾ ਜਾਂਦਾ। ਇੱਕ ਮੰਤਰੀ ਨੇ ਕਿਸੇ ਵੀ ਪਿੰਡ ਦਾ ਦੌਰਾ ਕਰਨ ਜਾਣਾ ਹੈ, ਕਿਸੇ ਨਗਰ ਦਾ ਦੌਰਾ ਕਰਨ ਜਾਣਾ ਹੈ, ਉੱਥੇ ਕਰੋੜਾਂ ਰੁਪਈਆ ਸਿਕਿਉਰਿਟੀ ਤੇ ਦੂਜੇ ਤੀਜੇ ਤੇ ਖਰਚਿਆ ਜਾਂਦਾ। ਜੇ ਇਹ ਸਾਰੀ ਚੀਜ਼ਾਂ ਖਤਮ ਹੋ ਜਾਣ ਤੇ ਹੋ ਸਕਦਾ, ਪਰ ਸਰਕਾਰ, ਸਾਡੇ ਜਿਹੜੇ ਮੰਤਰੀ ਨੇ, ਸਾਡੇ ਜਿਹੜੇ ਰਾਜਨੇਤਾ ਨੇ, ਉਹ ਇਹ ਨਹੀਂ ਚਾਹੁੰਦੇ ਕਿ ਅਸੀਂ ਆਮ ਲੋਕਾਂ ਦੇ ਵਾਂਗ ਜ਼ਿੰਦਗੀ ਖਾਣਾ ਚਾਹੁੰਦੇ ਨੇ। ਉਹਨਾਂ ਨੂੰ ਇਹ ਲੱਗਦਾ ਕਿ ਤੁਸੀਂ ਵੇਖੋ ਕਿ MLA ਦਾ ਮੁੰਡਾ ਜੰਮਦਾ ਹੀ MLA, MP ਦਾ ਮੁੰਡਾ ਜੰਮਦਾ ਹੀ MP, ਚੇਅਰਮੈਨ ਹੈ ਜਾਂ ਕੁਛ ਵੀ ਹੈ। ਬਟ ਆਮ ਲੋਕ ਜੰਮਿਆ ਵੀ ਗਰੀਬ ਹੈ ਤੇ ਮਰ ਵੀ ਵਿਚਾਰੇ ਬਹੁਤੇ ਗਰੀਬ ਜਾਂਦੇ ਨੇ। ਇਹ ਚੀਜ਼ਾਂ ਸਰਕਾਰ ਨੂੰ, ਜੇ ਸਰਕਾਰ ਲਾਗੂ ਕਰਨਾ ਚਾਹੇ, ਜੇ ਫੋਰਨ ਕੰਟਰੀਜ਼ ਦੇ ਵਿੱਚ ਹੋ ਸਕਦੀਆਂ ਤਾਂ ਇੰਡੀਆ ਦੇ ਵਿੱਚ ਕਿਉਂ ਨਹੀਂ ਹੋ ਸਕਦੀਆਂ? ਬਿਲਕੁਲ ਕੀਤੀਆਂ ਜਾ ਸਕਦੀਆਂ। ਐਜੂਕੇਸ਼ਨ ਫ੍ਰੀ ਕਰ ਦਿੱਤੀ ਜਾਏ, ਪ੍ਰਾਈਵੇਟ ਸਕੂਲ ਬੰਦ ਕਰ ਦਿੱਤੇ ਜਾਣ, ਪ੍ਰਾਈਵੇਟ ਅਦਾਰੇ ਬੰਦ ਕਰ ਦਿੱਤੇ ਜਾਣ। ਡੋਨੇਸ਼ਨ ਦੇ ਨਾਮ ਦੇ ਉੱਤੇ ਕਰੋੜਾਂ ਰੁਪਈਆ ਜਿਹੜੀ ਹੈ ਉਹ ਵੱਡੀਆਂ ਫਰਮਾਂ ਖਾ ਰਹੀਆਂ, ਨਹੀਂ ਬਲਕਿ ਸਰਕਾਰਾਂ ਵੀ ਡੋਨੇਸ਼ਨ ਕਰੋੜਾਂ ਰੁਪਈਆ ਲੈ ਰਹੀਆਂ ਨੇ, ਉਹ ਛੱਡ ਦਿੱਤੀਆਂ ਜਾਣ। ਜੇ ਕਿਸੇ ਨੇ IAS ਬਣਨਾ ਹੈ, ਕਿਸੇ ਨੇ IPS ਬਣਨਾ, ਰਾਤੀ ਮੈਂ ਇੱਕ ਕੋਰਸ ਦੀ ਫੀਸ ਜਿਹੜੀ ਹੈ ਦਿੱਲੀ ਯੂਨੀਵਰਸਿਟੀ ਦੀ ਦੇਖ ਰਿਹਾ ਸੀਗਾ। 2 ਸਾਲ ਦਾ ਕੋਰਸ ਹੈ ਤੇ 4 ਲੱਖ ਤੋਂ ਲੈ ਕੇ 7 ਲੱਖ ਰੁਪਈਆ ਉਹਦਾ ਜਿਹੜਾ 2 ਸਾਲ ਦਾ ਖਰਚਾ ਹੈ।
ਕਿਵੇਂ ਕੋਈ ਪੜ ਜਾਏਗਾ? ਜਿਹੜੀ ਆਪਾਂ ਪਹਿਲਾਂ ਪੁਆਇੰਟ ਡਿਸਕਸ ਕਰ ਚੁੱਕੇ ਹਾਂ ਕਿ ਜਿੰਨੀ ਪ੍ਰਾਪਰਟੀ ਹੈ ਜਾਂ ਜਿੰਨਾ ਵੀ ਕੰਮਕਾਰ ਆ ਉਹ ਸਾਰਾ ਸਰਕਾਰੀ ਐਲਾਨ ਦਿੱਤਾ ਜਾਣਾ ਚਾਹੀਦਾ। ਬਿਲਕੁਲ। ਇਹਦੇ ਨਾਲ ਇੱਕ ਤਾਂ ਜੌਬਸ ਵਧਣਗੀਆਂ, ਜੌਬਸ ਵੱਧ ਜਾਣਗੀਆਂ, ਹੈਨਾ, ਕੰਮ ਜੌਬ ਵਧੇਗਾ, ਸਿਕਿਉਰਿਟੀ ਵੱਧ ਜਾਣਗੀਆਂ, ਲੋਕਾਂ ਦਾ ਆਪਸੀ ਭਾਈਚਾਰਕ ਸਾਂਝ ਵੱਧ ਜਾਏਗੀ, ਲੋਕਾਂ ਦਾ ਖਰਚੇ ਘਟ ਜਾਣਗੇ, ਲੋਕਾਂ ਦਾ ਲਾਲਚ ਖਤਮ ਹੋ ਲਾਲਚ ਜਾਣਾ ਖਤਮ ਹੋ ਜਾਏਗਾ ਤੇ ਆਟੋਮੈਟਿਕਲੀ ਸਿਸਟਮ ਸਹੀ ਵਾਲੇ ਪਾਸੇ ਚੱਲ ਪਊਗਾ ਆਪਣੇ ਆਪ ਹੀ। ਚਾਹੇ ਐਜੂਕੇਸ਼ਨ ਵਾਲਾ ਸਿਸਟਮ ਆ, ਚਾਹੇ ਉਹ ਇਲਾਜ ਵਾਲਾ ਸਿਸਟਮ ਹੈ, ਹਸਪੀਟਲਸ ਦਾ ਸਿਸਟਮ ਆ, ਆਪਣੇ ਆਪ ਹੀ ਸਹੀ ਪਾਸੇ ਤੁਰ ਪੈਣਾ। ਵੀ ਫਸਟ ਪੁਆਇੰਟ ਇਹ ਇਹਨਾਂ ਹੈ ਦਿਨਾਂ ਦੇ ਵਿੱਚ ਵੇਖੋ ਕਿ ਕਰੋਨਾ ਭਾਵੇਂ ਸਰਕਾਰ ਨੇ ਐਲਾਨ ਕੀਤਾ ਹੈ, ਪਤਾ ਨਹੀਂ ਕਿਸ ਬੇਸ ਤੇ ਜਾ ਕੇ ਜਾਂ ਕਿਸ ਚੀਜ਼ ਨੂੰ ਮੱਦੇਨਜ਼ਰ ਰੱਖਦਿਆਂ ਸਰਕਾਰ ਦਾ ਇਹ ਅਨਾਉਂਸ ਸੀਗਾ ਕਿ ਕਰੋਨਾ ਦੇ ਪੇਸ਼ੈਂਟ ਜਿਹੜੇ ਨੇ ਉਹ ਸਰਕਾਰੀ ਹਸਪਤਾਲਾਂ 'ਚ ਵੇਖੇ ਜਾਣਗੇ। ਪਰ ਜੇ ਪੰਜਾਬ ਦੇ ਹੀ ਵੇਖਿਆ ਜਾਵੇ, ਬਾਕੀ ਭਾਰਤ ਦੇ ਵੀ ਵੇਖਿਆ ਜਾ ਸਕਦਾ ਹੈ, ਆਪਾਂ ਸਾਰੇ ਭਾਰਤ ਦੀ ਗੱਲ ਕਰਦੇ ਪਏ ਹਾਂ, ਕਿ ਸਾਰੇ ਭਾਰਤ ਦੇ ਵਿੱਚ ਕਿੰਨੇ ਕੁ ਹਸਪੀਟਲ ਐਸੇ ਨੇ ਜਿਹੜੇ ਬੰਦਾ ਦਵਾਈ ਲੈਣ ਜਾਵੇ ਤੇ ਸਰਕਾਰੀ ਹਸਪੀਟਲ ਦੇ ਵਿੱਚ ਉਹਨੂੰ ਦਵਾਈ ਮਿਲ ਜਾਂਦੀ ਹੈ। ਨਹੀਂ, ਸਾਡੇ ਲਾਗੇ ਦੇ ਅਰਾਊਂਡ ਵੇਖਿਆ ਜਾਵੇ, ਸਰਕਾਰੀ ਹਸਪੀਟਲ ਦੇ ਵਿੱਚ ਕੀ ਹੁੰਦਾ ਆ ਕਿ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੁੰਦੀਆਂ, ਲੋਕ ਪਰਚੀ ਕਟਾ ਕੇ ਲੰਬੀ ਲੰਬੀ ਲਾਈਨ 'ਚ ਖੜੇ ਹੋ ਜਾਂਦੇ ਆ। ਤੇ ਵਾਪਰਦਾ ਕੀ ਹੈ, ਡਾਕਟਰ ਦਾ ਟਾਈਮ 10 ਵਜੇ ਦਾ ਆ, ਕੋਈ 2 ਵਜੇ ਆ ਰਿਹਾ, ਕੋਈ 3 ਵਜੇ ਆ ਰਿਹਾ। ਕਿਉਂ? ਕਿਉਂਕਿ ਉਹਨਾਂ ਦੇ ਪ੍ਰਾਈਵੇਟ ਕਲੀਨਿਕਸ ਚੱਲਦੇ ਨੇ। ਤੇ ਕਰੋਨਾ ਵਰਗੀ ਬਿਮਾਰੀ ਦੇ ਵਿੱਚ ਅਨਾਉਂਸ ਹੋ ਗਿਆ ਕਿ ਸਿਰਫ ਸਰਕਾਰੀ ਸਕੂਲਾਂ ਦੇ ਵਿੱਚ, ਸਰਕਾਰੀ ਹਸਪਤਾਲਾਂ 'ਚ ਇਲਾਜ ਹੋਏਗਾ, ਪ੍ਰਾਈਵੇਟਾਂ 'ਚ ਕਿਉਂ ਨਹੀਂ? ਤੇ ਵੈਸੇ ਜਦੋਂ ਕੋਈ ਗੱਲ ਹੁੰਦੀ ਹੈ, ਲੁੱਟ ਹੁੰਦੀ, ਉਦੋਂ ਪ੍ਰਾਈਵੇਟ ਹਸਪਤਾਲ ਲੁੱਟਦੇ ਨੇ, ਤੇ ਇਦਾਂ ਸਰਕਾਰੀ। ਇਹਦਾ ਹੋਣਾ ਚਾਹੀਦਾ ਹੈ ਕਿ ਪ੍ਰਾਈਵੇਟ ਜਿਹੜੇ ਹਸਪਤਾਲ ਨੇ ਉਹ ਵੀ ਸਰਕਾਰ ਦੇ ਅਧੀਨ ਹੋਣੇ ਚਾਹੀਦੇ ਆ। ਕੋਈ ਇੰਡੀਵਿਜੂਅਲ ਬੰਦਾ ਵੀ ਬਣਾਵੇ, ਬਟ ਉੱਥੇ ਕਬਜ਼ਾ ਸਰਕਾਰ ਦਾ ਹੋਣਾ ਚਾਹੀਦਾ ਆ। ਫੀਸ ਜਿਹੜੀ ਉੱਥੋਂ ਦੀ ਤੈਅ ਕਰਨੀ ਹੈ ਉਹ ਸਰਕਾਰ ਦੇ ਅੰਡਰ ਹੋਣੀ ਚਾਹੀਦੀ ਹੈ, ਤਾਂ ਕਿ ਹਰ ਇੱਕ ਗਰੀਬ ਦਾ ਵੀ ਪੇਸ਼ੈਂਟ ਜਿਹੜਾ ਆ ਉਹ ਚੰਗਾ ਇਲਾਜ ਉਹਦਾ ਹੋ ਸਕੇ ਉੱਥੇ। ਸੋ ਦੋਸਤੋ, ਆਪਣਾ ਜਿਹੜਾ ਅਸੀਂ ਸਮਾਜਿਕ ਜਿਹੜੀ ਆਪਾਂ ਕ੍ਰਾਂਤੀ ਦੀ ਗੱਲ ਕਰ ਰਹੇ ਹਾਂ 21ਵੀਂ ਸਦੀ ਦੇ ਅੰਦਰ, ਕਿ ਸਾਡਾ ਜਿਹੜਾ ਸਮਾਜ ਆ ਜਾਂ ਸਾਡਾ ਜਿਹੜਾ ਦੇਸ਼ ਹੈ, ਸਾਡਾ ਮੁਲਕ ਹੈ ਜਿਹੜਾ, ਉਹ ਕਿੱਦਾਂ ਤਬਦੀਲ ਹੋਏ, ਕਿਹੜੇ ਵਿਚਾਰਾਂ ਨਾਲ ਤਬਦੀਲੀ ਆ ਸਕਦੀ ਹੈ, ਕਿਵੇਂ ਅਮੀਰ ਗਰੀਬ ਦੇ ਜਿਹੜਾ ਪਾੜਾ ਪਿਆ ਹੋਇਆ ਇੱਕ ਉਹ ਵਿਤਕਰੇ ਨੂੰ ਕਿਵੇਂ ਖਤਮ ਕੀਤਾ ਜਾ ਸਕਦਾ। ਜੋ ਜੀ ਇੱਕ ਪੱਖ ਹੋਰ ਛੋਟਾ ਜਿਹਾ ਆ, ਇਹ ਚਲੋ ਸਰਕਾਰੀ ਤੌਰ ਦੇ ਉੱਤੇ ਵੀ ਹੋ ਸਕਦਾ, ਥੋੜਾ ਜਿਹਾ ਅਸੀਂ ਆਪਣੇ ਤੌਰ ਦੇ ਉੱਤੇ ਵੀ ਇਹ ਨਹੀਂ ਹੋਏਗਾ ਕਿ ਬਹੁਤ ਜ਼ਿਆਦਾ ਕ੍ਰਾਂਤੀ ਆਏਗੀ, ਬਟ ਕਿਤੇ ਨਾ ਕਿਤੇ ਇਹ ਚੀਜ਼ਾਂ ਇਫੈਕਟ ਕਰਨਗੀਆਂ। ਕਿ ਮੰਨ ਲਓ ਕਿ ਹੁਣ ਹੁੰਦਾ ਕੀ ਹੈ ਕਿ ਜੇ ਮੁੰਡਾ ਸਰਕਾਰੀ ਨੌਕਰੀ 'ਚ ਹੈ, ਕੋਸ਼ਿਸ਼ ਹੁੰਦੀ ਹੈ ਕਿ ਲੜਕੀ ਵੀ ਸਰਕਾਰੀ ਨੌਕਰੀ ਵਾਲੀ ਚਾਹੀਦੀ ਹੈ। ਜੇ ਕੋਈ ਮੁੰਡਾ ਚੰਗੀ ਜੌਬ ਕਰਦਾ ਆ, ਪੁਲਿਸ ਦੇ ਵਿੱਚ ਹੈ ਕਿਤੇ ਵੀ, ਤੇ ਕੋਸ਼ਿਸ਼ ਹੁੰਦੀ ਕਿ ਲੜਕੀ ਦੀ ਵੀ ਚੰਗੀ ਜੌਬ ਹੋਵੇ। ਪਹਿਲਾਂ ਤਾਂ ਸਾਨੂੰ ਇਹ ਕੰਪੈਰੀਜ਼ਨ ਜਿਹੜਾ ਆ ਇਹ ਥੋੜਾ ਚੇਂਜ ਲੈ ਕੇ ਆਉਣਾ ਪਏਗਾ ਕਿ ਘੱਟੋ ਘੱਟ ਜੇ ਇੱਕ ਚੰਗੀ ਨੌਕਰੀ ਤੇ ਹੈ, ਦੂਜਾ ਬੇਰੁਜ਼ਗਾਰ ਵੀ ਹੋਏਗਾ, ਤੇ ਉਹਨਾਂ ਦਾ ਗੁਜ਼ਾਰਾ ਚੰਗਾ ਹੋ ਸਕਦਾ ਹੈ। ਇਹ ਚੀਜ਼ਾਂ ਵੀ ਵੇਖਣੀਆਂ ਪੈਣਗੀਆਂ। ਆ ਸਾਡੇ ਆਮ ਘਰਾਂ ਦੇ ਵਿੱਚ ਜਦੋਂ ਲੜਕੇ ਦਾ ਵਿਆਹ ਹੁੰਦਾ ਤੇ ਉਹ ਲੜਕੀ ਵਾਲੇ ਸੋਚਦੇ ਕਿ ਲੜਕਾ ਅਮੀਰ ਹੋਵੇ, ਤੇ ਲੜਕੇ ਵਾਲੇ ਵੀ ਸੋਚਦੇ ਕਿ ਘੱਟੋ ਘੱਟ ਜੇ ਸਾਡੇ ਤੋਂ ਵੱਧ ਲੜਕੀ ਵਾਲੇ ਅਮੀਰ ਨਹੀਂ ਹੈਗੇ, ਘੱਟੋ ਘੱਟ ਸਾਡੇ ਬਰਾਬਰ ਤਾਂ ਚਾਹੀਦੇ ਨੇ। ਇਸ ਤਰੀਕੇ ਨਾਲ ਵੀ ਘੱਟੋ ਘੱਟ ਗਰੀਬਾਂ ਦੀਆਂ ਲੜਕੀਆਂ ਅਮੀਰਾਂ ਦੇ ਘਰਾਂ 'ਚ ਵੀ ਗਈਆਂ ਜਾਣ, ਲੋੜਵੰਦ ਲੜਕੀਆਂ ਨੇ ਉਹਨਾਂ ਦੇ ਘਰਾਂ 'ਚ ਗਈਆਂ ਜਾਣਗੀਆਂ। ਘੱਟੋ ਘੱਟ ਉਹਨਾਂ ਦੀ ਜ਼ਿੰਦਗੀ ਤਾਂ ਖਰਾਬ ਹੋਈ ਹੈ, ਉਹਨਾਂ ਦੇ ਮਾਤਾ ਪਿਤਾ ਦੀ ਜ਼ਿੰਦਗੀ ਤਾਂ ਰੁਲੀ ਹੈ, ਘੱਟੋ ਘੱਟ ਅੱਗੇ ਜਾ ਕੇ ਠੀਕ ਹੋ ਜਾਏਗੀ। ਤੇ ਇਸੇ ਤਰੀਕੇ ਨਾਲ ਨੌਕਰੀ ਪੇਸ਼ੇ ਵਾਲੀ ਲੜਕੀ ਜਦੋਂ ਗਰੀਬ ਦੇ ਘਰੇ ਵਿਆਹੀ ਜਾਏਗੀ ਤਾਂ ਉਹਦੇ ਘਰੇ ਵੀ ਚੁੱਲ੍ਹਾ ਚੌਂਕਾ ਬਲਦਾ ਹੋ ਜਾਏਗਾ, ਕਿਉਂਕਿ ਐਜੂਕੇਸ਼ਨ ਇੰਨੀ ਮਹਿੰਗੀ ਹੋ ਗਈ ਹੈ ਕਿ ਅਮੀਰ ਪੜ੍ਹਾ ਸਕਦਾ ਆਪਣੀਆਂ ਲੜਕੀਆਂ ਨੂੰ, ਗਰੀਬ ਵਿਚਾਰਾ ਪੜ੍ਹਾ ਹੀ ਨਹੀਂ ਸਕਦਾ। ਬਿਲਕੁਲ। ਆ ਬੀਐਡ ਹੀ ਹੈ, 2-2.5 ਲੱਖ ਰੁਪਈਆ ਬੀਐਡ ਦੇ ਉੱਤੇ ਖਰਚਾ ਹੁੰਦਾ ਹੈ। ਕੋਈ ਵੀ ਕੋਰਸ ਲੈਣ ਚਲੇ ਜਾਓ ਤੁਸੀਂ, ਜਿੰਨੇ ਵੀ ਪ੍ਰੋਫੈਸ਼ਨਲ ਕੋਰਸਸ ਨੇ, 2 ਲੱਖ ਤੋਂ ਥੱਲੇ ਕਿਸੇ ਦੀ ਗੱਲ ਹੀ ਨਹੀਂ ਹੁੰਦੀ। ਹਾਂਜੀ, ਸੋ ਸਲਾਹਾਂ ਨੇ, ਇਹ ਵਿਚਾਰਾਂ ਨੇ, ਤੁਸੀਂ ਵੀ ਆਪਣੀਆਂ ਵਿਚਾਰਾਂ ਦੇ ਸਕਦੇ ਹੋ। ਤੇ ਅੱਜ ਜਿਹੜੀ ਅਸੀਂ ਗੱਲਬਾਤ ਕੀਤੀ, ਜਿਵੇਂ ਮੈਂ ਪਹਿਲਾਂ ਵੀ ਦੁਹਰਾਤਾ ਵੀ ਦੇਸ਼ ਵਿੱਚ ਔਰ ਸਮਾਜ ਵਿੱਚ ਕਿਵੇਂ ਤਬਦੀਲੀ ਆਵੇ, ਕਿਵੇਂ ਅਮੀਰ ਗਰੀਬ ਦੇ ਪਾੜੇ ਨੂੰ ਜਾਂ ਵਿਤਕਰੇ ਨੂੰ, ਜਿਹੜੇ ਇੱਕ ਡਿਸਟੈਂਸ ਦੂਰੀ ਬਣੀ ਆ, ਕਿਵੇਂ ਖਤਮ ਕੀਤਾ ਜਾ ਸਕਦਾ, ਇਹਦੇ ਤੇ ਵਿਚਾਰਾਂ ਹੋ ਰਹੀਆਂ ਨੇ। ਤੇ ਅਸੀਂ ਇੱਕ ਵਿਚਾਰ ਜਿਹੜੀ ਹੈ ਉਹ ਹਜੇ ਇੱਕ ਪੁਆਇੰਟ ਤੇ ਅਸੀਂ ਮਿਨੀਮਮ 5 ਗੱਲਾਂ ਤੇ ਅਸੀਂ ਡਿਸਕਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਪਹਿਲੀ ਜਿਹੜੀ ਗੱਲ ਹੈ ਸਾਡੀ ਉਹ ਕੰਪਲੀਟ ਹੋਈ ਹੈ ਅਜੇ, ਕਿ ਜਿਹੜੀ ਜਿੰਨੀ ਪ੍ਰਾਪਰਟੀ ਹੈ ਉਹਨੂੰ ਸਰਕਾਰੀ ਜਿਹੜੀ ਪ੍ਰਾਪਰਟੀ ਆ ਜਾਂ ਸਮਾਜ ਦੀ ਪ੍ਰਾਪਰਟੀ ਜਿਹੜੀ ਹੈ ਐਲਾਨਿਆ ਜਾਏ। ਸਾਰੇ ਕੰਮ ਕਰਨ, ਸਾਰਿਆਂ ਨੂੰ ਸਰਕਾਰ ਜਿਹੜੀ ਹੈ, ਗਵਰਨਮੈਂਟ ਜਿਹੜੀ ਆ ਉਹ ਸਹੂਲਤਾਂ ਪ੍ਰੋਵਾਈਡ ਕਰਾਵੇ, ਜਿਹਦੇ ਨਾਲ ਇੱਕ ਸਮਾਜਿਕ ਜਿਹੜੀ ਕ੍ਰਾਂਤੀ ਹੈ, ਸਮਾਜਿਕ ਤਬਦੀਲੀ ਆਪਾਂ ਕਹਿ ਸਕਦੇ ਹਾਂ ਕਿ ਹੋ ਪਾਵੇਗੀ। ਸੋ ਆਪਾਂ ਜਲਦੀ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਤੁਹਾਨੂੰ ਦੁਬਾਰਾ ਮਿਲਾਂਗੇ, ਬਾਕੀ ਦੇ ਪੁਆਇੰਟ ਵੀ ਤੁਹਾਡੇ ਨਾਲ ਡਿਸਕਸ ਕਰਾਂਗੇ। ਜੇ ਤੁਹਾਡੇ ਕੋਈ ਸੁਝਾਅ ਜਾਂ ਤੁਹਾਡੇ ਕੋਈ ਵਿਚਾਰ ਹੋਣ ਉਹ ਵੀ ਤੁਸੀਂ ਤਿਆਰ ਰੱਖਿਓ, ਅਗਲੀ ਵਾਰ ਆਪਾਂ ਕਾਲਸ ਵੀ ਲੈ ਕੇ ਉਹਨਾਂ ਦੀ ਗੱਲ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।